ਜਪੁ ਇੱਕ ਵਿਚਾਰ। ਜਪੁ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੁੱਢਲਾ ਸਿਰਲੇਖ ਹੈ ਅਤੇ ਪਾਵਨ ਪੰਨਾ ਪਹਿਲਾ ਉੱਪਰ ਸੁਭਾਮਾਇਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਸਿਰਲੇਖਾਂ ਵਿੱਚੋਂ ਜਪੁ ਦੀ ਪ੍ਰਧਾਨਤਾ ਹੈ, ਕਿਉਂਕਿ ਇਸ ਸਿਰਲੇਖ ਹੇਠ ਦਰਜ ਬਾਣੀ ਨੂੰ ਸਾਰੀ ਗੁਰਬਾਣੀ ਦਾ ਸਾਰ ਮੰਨਿਆ ਗਿਆ ਹੈ। ਇਸ ਦੇ ਹਰਮਨ ਪਿਆਰੇ ਹੋਣ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਹਰ ਗੁਰਸਿੱਖ ਇਸ ਬਾਣੀ ਨੂੰ ਨਿਤਨੇਮ ਦਾ ਹਿੱਸਾ ਮੰਨ ਕੇ ਰੋਜ਼ਾਨਾ ਪੜ੍ਹਦਾ ਹੈ। ਇਸ ਕਰਕੇ ਨਿਤਨੇਮ ਵਿੱਚ ਸ਼ਾਮਿਲ ਬਾਣੀਆਂ ਵਿੱਚੋਂ ਇਹ ਸਿਰਮੌਰ ਬਾਣੀ ਹੈ। ਜਪੁ ਮੰਗਲਾਚਰਨ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਤੋਂ ਬਾਦਿ ਅਤੇ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਲੀਆਂ ਪੰਕਤੀਆਂ ਤੋਂ ਪਹਿਲਾਂ ਇਸ ਰੂਪ ਵਿੱਚ ਲਿਖਿਆ ਮਿਲਦਾ ਹੈ। ਜਪੁ ਭਾਵ ਜਪੁ ਸ਼ਬਦ ਦੇ ਅੱਗੇ ਵੀ ਦੋ ਡੰਡੀਆਂ ਲਗਾਈਆਂ ਗਈਆਂ ਹਨ ਅਤੇ ਪਿੱਛੇ ਵੀ। ਇਹਨਾਂ ਡੰਡੀਆਂ ਤੋਂ ਭਾਵ ਹੈ ਵਿਸ਼ਰਾਮ। ਸਾਰੀ ਗੁਰਬਾਣੀ ਵਿੱਚ ਵਿਸ਼ਰਾਮ ਦੋ ਡੰਡੀਆਂ ਨਾਲ ਆਉਂਦਾ ਹੈ। ਦੋ ਡੰਡੀਆਂ ਦੇ ਵਿਸ਼ਰਾਮ ਤੋਂ ਬਾਅਦ ਅਗਲੀ ਪੰਕਤੀ ਆਰੰਭ ਹੋ ਜਾਂਦੀ ਹੈ। ਦੋ ਪੰਕਤੀਆਂ ਵਿਚਲਾ ਵਿਸ਼ਰਾਮ ਇਹ ਬੋਧ ਕਰਾਉਂਦਾ ਹੈ ਕਿ ਦੋਵੇਂ ਪੰਕਤੀਆਂ ਅਲੱਗ-ਅਲੱਗ ਹਨ ਪਰ ਆਪਸ ਵਿੱਚ ਸੰਬੰਧਿਤ ਹਨ। ਜਪੁ ਤੋਂ ਪਹਿਲਾਂ ਅਤੇ ਬਾਅਦ ਵਾਲਾ ਵਿਸ਼ਰਾਮ ਇਹ ਬੋਧ ਕਰਾਉਂਦਾ ਹੈ ਕਿ ਜਪੁ ਮੰਗਲਾਚਰਨ ਨਾਲੋਂ ਵੱਖਰਾ ਵੀ ਹੈ ਅਤੇ ਸੰਬੰਧਿਤ ਵੀ। ਵੱਖਰਾ ਇਸ ਕਰਕੇ ਹੈ ਕਿਉਂਕਿ ਵਿਸ਼ਰਾਮ ਆਇਆ ਅਤੇ ਸੰਬੰਧਿਤ ਇਸ ਕਰਕੇ ਕਿਉਂਕਿ ਇਹ ਬਾਣੀ ਦਾ ਸਿਰਲੇਖ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਨਵਾਂ ਰਾਗ ਆਰੰਭ ਹੁੰਦਾ ਹੈ ਜਾਂ ਨਵੀਂ ਬਾਣੀ ਦਾ ਸਿਰਲੇਖ ਦਿੱਤਾ ਜਾਂਦਾ ਹੈ, ਉੱਥੇ ਆਰੰਭ ਵਿੱਚ ਮੰਗਲਾਚਰਨ ਪੂਰਨ ਰੂਪ ਵਿੱਚ ਜਾਂ ਅਰਧ ਰੂਪ ਵਿੱਚ ਅੰਕਿਤ ਕੀਤਾ ਗਿਆ ਹੈ। ਭਾਵੇਂ ਜਪੁ ਦੀ ਬਾਣੀ ਦੇ ਆਰੰਭ ਵਿੱਚ ਏਕ ਓਂਕਾਰ ਤੋਂ ਗੁਰਪ੍ਰਸਾਦ ਤੱਕ ਪ੍ਰਭੂ ਉਸਤਤੀ ਦੇ ਰੂਪ ਵਿੱਚ ਮੰਗਲਾਚਰਨ ਅੰਕਿਤ ਹੈ। ਜਪੁ ਦਾ ਅਰਥ ਹੈ ਜਪਣਾ। ਨਾਨਕ ਗਾਵੀਐ ਗੁਣੀ ਨਿਧਾਨ। ਜਪੁ ਪੌੜੀ ਪੰਜਵੀਂ ਅੰਦਰ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਨੂੰ ਜਪਣ ਦਾ ਸੰਦੇਸ਼ ਮਿਲਦਾ ਹੈ। ਜਪੁ ਬਾਣੀ ਵਿੱਚ ਹੀ ਪੌੜੀ ਤੀਜੀ ਵਿੱਚ ਜਪੁ ਲਈ ਗਾਵੈ, ਪੌੜੀ ਪੰਜਵੀਂ ਗਾਵੀਐ ਅਤੇ ਪੌੜੀ 27 ਵਿੱਚ ਗਾਵੈ ਗਾਵੇ ਆਦਿ ਸ਼ਬਦ ਵਰਤੇ ਗਏ ਹਨ। ਪ੍ਰਭੂ ਦੀ ਉਸਤਤ ਕਰਨ ਦਾ ਸਭ ਤੋਂ ਉੱਤਮ ਸਮਾਂ ਅੰਮ੍ਰਿਤ ਵੇਲਾ, ਰਾਤਰੀ ਦਾ ਅੰਤਿਮ ਪਹਿਰ ਭਾਵ ਚੌਥਾ ਪਹਿਰ ਦੱਸਿਆ ਗਿਆ ਹੈ। ਇਸ ਸਮੇਂ ਸੁਰਤੀ ਵਧੇਰੇ ਇਕਾਗਰ ਹੁੰਦੀ ਹੈ, ਜਿਹਾ ਕਿ ਜਪੁ ਬਾਣੀ ਵਿੱਚ ਹੀ ਸੰਕੇਤ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਰੱਬੀ ਸਿਫਤ ਕਰਨ ਦਾ ਮਨੋਰਥ ਮਨੁੱਖ ਨੂੰ ਸਚਿਆਰ ਮਨੁੱਖ ਬਣਾਉਣਾ ਹੈ। ਜਿਵੇਂ-ਜਿਵੇਂ ਮਨੁੱਖ ਅਕਾਲ ਪੁਰਖ ਦੀ ਉਸਤਤ ਕਰਦਾ ਹੈ ਅਤੇ ਉਸਦੇ ਮਨ ਅੰਦਰ ਉਸਰੀ ਹੋਈ ਕੂੜ ਦੀ ਭਾਲ ਟੁੱਟਦੀ ਹੈ ਅਤੇ ਉਹ ਸਚਿਆਰ ਪਦਵੀ ਵੱਲ ਵੱਧਦਾ ਜਾਂਦਾ ਹੈ, ਉਸਨੂੰ ਅਕਾਲ ਪੁਰਖ ਦੇ ਹੁਕਮ ਦੀ ਸਮਝ ਪੈਂਦੀ ਹੈ। ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪ੍ਰਭੂ ਉਸਤਤਾ ਕਰਨੀ ਉਸ ਵੇਲੇ ਤੱਕ ਅਧੂਰੀ ਹੈ ਜਦੋਂ ਤੱਕ ਉਸਨੂੰ ਸੁਣਿਆ ਨਾ ਜਾਵੇ, ਭਾਵ ਜੋ ਉਚਾਰਿਆ ਜਾ ਰਿਹਾ ਹੈ ਉਸਨੂੰ ਕੰਨਾਂ ਦੁਆਰਾ ਇਕਾਗਰਤਾ ਨਾਲ ਸੁਣਨ ਨੂੰ ਇਹ ਬਾਣੀ ਸੁਣੀਐ ਦੀਆਂ 4 ਪੌੜੀਆਂ ਵਿੱਚ ਪ੍ਰਗਟ ਹੈ। ਪ੍ਰਭੂ ਉਸਤਤ ਸੁਣਨ ਵਾਲੇ ਨੂੰ ਕਾਲ ਵੀ ਡਰਾ ਨਹੀਂ ਸਕਦਾ। ਮੰਦਾ ਬੋਲਣ ਵਾਲਾ ਵੀ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜ ਕੇ ਚੰਗੇ ਵਚਨ ਬੋਲਣ ਲੱਗ ਪੈਂਦਾ ਹੈ। ਉਸਨੂੰ ਸ਼ਾਸਤਰਾਂ, ਸਿਮਰਤੀਆਂ ਅਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ। ਸਾਧਕ ਨੂੰ ਜੋ ਮਾਣ ਅਤੇ ਸਤਿਕਾਰ ਵਿੱਦਿਆ ਪੜ੍ਹਨ ਨਾਲ ਮਿਲਦਾ ਹੈ, ਉਹ ਸਤਿਕਾਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਣਨ ਨਾਲ ਹੀ ਉਸਦੀ ਬੇਅੰਤ ਗੁਣਾਂ ਤੱਕ ਪਹੁੰਚ ਬਣ ਜਾਂਦੀ ਹੈ। ਅਗਿਆਨਤਾ ਵਿੱਚ ਡੁੱਬਿਆਂ ਨੂੰ ਗਿਆਨ ਦਾ ਰਸਤਾ ਮਿਲ ਜਾਂਦਾ ਹੈ। ਸੁਣਨ ਦੀ ਅਵਸਥਾ ਰੱਖਣ ਵਾਲਿਆਂ ਵਿੱਚ ਸਦਾ ਵਿਕਾਸ ਖੜਾਓ ਬਣਿਆ ਰਹਿੰਦਾ ਹੈ। ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਹ ਸਾਧਕ ਦੀ ਆਖਰੀ ਮੰਜ਼ਿਲ ਨਹੀਂ ਬਲਕਿ ਲੰਮੇ ਪੈਂਡੇ ਦਾ ਇੱਕ ਪੜਾਅ ਹੈ। ਅਗਲੀ ਅਵਸਥਾ ਮੰਨਣ ਦੀ ਹੈ। ਜੋ ਕੁਝ ਜਪਿਆ, ਜੋ ਕੁਝ ਸੁਣਿਆ, ਉਸ ਤੋਂ ਜੀਵਨ ਜਿਉਣ ਦੀ ਸੇਧ ਲੈ ਲੈਣਾ ਮੰਨਣ ਅਖਵਾਉਂਦਾ ਹੈ। ਮੰਨਣ ਨਾਲ ਅਕਾਲ ਪੁਰਖ ਪ੍ਰਤੀ ਪ੍ਰੇਮ ਪੈਦਾ ਹੋ ਜਾਂਦਾ ਹੈ। ਗਾਵੀਐ ਸੁਣੀਐ ਮਨਿ ਰਖੀਐ ਭਾਉ, ਸੁਣਿਆ ਮੰਨਿਆ ਮਨਿ ਕੀਤਾ ਭਾਉ। ਮੰਨਣ ਲਈ ਜਪੁ ਬਾਣੀ ਅੰਦਰ ਮੰਨੇ, ਮੰਨੈ, ਮੰਨਿਆ ਆਦਿ ਸ਼ਬਦ ਨੂੰ ਵਰਤਿਆ ਗਿਆ ਹੈ। ਇਸ ਅਵਸਥਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ 12ਵੀਂ ਪੌੜੀ ਤੋਂ 15ਵੀਂ ਪੌੜੀ ਤੱਕ ਬਿਆਨ ਕੀਤਾ ਹੈ। ਇਹ ਅਜਿਹੀ ਆਤਮਿਕ ਅਵਸਥਾ ਹੈ ਜਿਸਨੂੰ ਕਥਿਆ ਨਹੀਂ ਜਾ ਸਕਦਾ। ਜੇਕਰ ਕੋਈ ਕਥਨ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸਨੂੰ ਬਾਅਦ ਵਿੱਚ ਪਛਤਾਵਾ ਹੀ ਹੁੰਦਾ ਹੈ, ਭਾਵ ਇਸ ਆਤਮਿਕ ਅਵਸਥਾ ਨੂੰ ਬੋਲਾਂ ਰਾਹੀਂ ਪ੍ਰਗਟਾਇਆ ਹੀ ਨਹੀਂ ਜਾ ਸਕਦਾ। ਇਸ ਅਵਸਥਾ ਦੇ ਧਾਰਨੀ ਮੋਕਸ਼ ਦੁਆਰ ਭਾਵ ਜੀਵਨ ਲਕਸ਼ ਨੂੰ ਹਾਸਿਲ ਕਰ ਲੈਂਦੇ ਹਨ ਅਤੇ ਆਪ ਵੀ ਤਰਦੇ ਹਨ ਅਤੇ ਹੋਰਨਾਂ ਨੂੰ ਵੀ ਤਾਰਦੇ ਹਨ। ਸਾਧਕ ਇਹਨਾਂ ਪੜਾਵਾਂ ਵਿੱਚੋਂ ਗੁਜ਼ਰ ਕੇ ਪੰਚ ਬਣ ਜਾਂਦੇ ਹਨ ਅਤੇ ਅਕਾਲ ਪੁਰਖ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦੇ ਹਨ। ਉਹਨਾਂ ਨੂੰ ਹੀ ਇਸ ਬਾਣੀ ਵਿੱਚ ਪੰਚ ਪ੍ਰਵਾਨ ਕਿਹਾ ਗਿਆ ਹੈ।
ਪੰਜ ਜਿਨ੍ਹਾਂ ਨੂੰ ਇਹ ਸੋਝੀ ਪੈ ਜਾਂਦੀ ਹੈ ਕਿ ਵੱਖ-ਵੱਖ ਰੰਗਾਂ ਅਤੇ ਜਾਤਾਂ ਦੇ ਸਾਰੇ ਜੀਅ ਅਕਾਲ ਪੁਰਖ ਨੇ ਹੀ ਪੈਦਾ ਕੀਤੇ ਹਨ ਅਤੇ ਉਹੀ ਸਾਰੇ ਜੀਵਾਂ ਦਾ ਲੇਖਾ ਲਿਖਣ ਵਾਲਾ ਹੈ। ਪੰਜ ਜਨਾਂ ਨੂੰ ਅਕਾਲ ਪੁਰਖ ਦੀ ਵਿਆਪਕ ਸੱਤਾ ਨਜ਼ਰ ਆਉਣ ਲੱਗ ਪੈਂਦੀ ਹੈ। ਇਹ ਸੱਤਾ ਨੂੰ ਨਿਹਾਰਦਿਆਂ ਸੁਭਾਵਿਕ ਹੀ ਸਾਧਕ ਦੇ ਮੂੰਹੋਂ ਨਿਕਲਦਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੀਵਨ ਦੀ ਇਹ ਅਵਸਥਾ ਅਜਿਹੀ ਅਵਸਥਾ ਬਣ ਜਾਂਦੀ ਹੈ ਜਿੱਥੇ ਜੀਵ ਜਪ, ਤਪ, ਪੂਜਾ ਆਦਿ ਕਰਦੇ ਹਨ ਅਤੇ ਉੱਥੇ ਕੂੜਿਆਰ ਅਤੇ ਮਲੇਛ ਵੀ ਨਜ਼ਰ ਆਉਂਦੇ ਹਨ, ਜਿਨ੍ਹਾਂ ਵਿੱਚ ਚੋਰ ਵੀ ਹੁੰਦੇ ਹਨ, ਹੱਤਿਆਰੇ ਵੀ। ਅਜਿਹੇ ਜੀਵਾਂ ਦੀ ਗਿਣਤੀ ਅਸੰਖ ਹੈ, ਪਰ ਇਹ ਅਸੰਖ ਸ਼ਬਦ ਵੀ ਕੁਦਰਤੀ ਲੇਖਾ ਲਿਖਣ ਲਈ ਅਸਮਰੱਥ ਹੈ। ਪਰਮਾਤਮਾ ਦੀ ਬਖਸ਼ਿਸ਼ ਨੂੰ ਸ਼ਬਦਾਂ ਰਾਹੀਂ ਲਿਖਿਆ ਹੀ ਨਹੀਂ ਜਾ ਸਕਦਾ। ਜੀਵ ਦੀ ਸਮਝ ਅਜਿਹੀ ਹੋ ਜਾਂਦੀ ਹੈ ਕਿ ਉਹ ਅਕਾਲ ਪੁਰਖ ਦੇ ਗੁਣਾਂ ਅਤੇ ਉਹਨਾਂ ਗੁਣਾਂ ਦੇ ਧਾਰਨੀ ਸਾਧਕਾਂ ਨੂੰ ਅਮੋਲਕ ਗੁਣਾਂ ਨੂੰ ਬੋਲਾਂ ਰਾਹੀਂ ਵਿਅਕਤ ਕਰਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਉਸ ਨੂੰ ਗਵਾਰ ਦੱਸਦੇ ਹਨ। ਜੀਵ ਨੂੰ ਪ੍ਰਭੂ ਦੇ ਦਰ ਘਰ ਦੀ, ਜਿੱਥੇ ਉਸਨੂੰ ਪੌਣ, ਪਾਣੀ, ਵਸੰਤਰ, ਧਰਮਰਾਜ, ਮੋਹਣੀਆਂ, ਤਿੰਨ ਲੋਕ, ਖੰਡ, ਮੰਡਲ, ਬ੍ਰਹਿਮੰਡ ਆਦਿ ਗਾ ਰਹੇ ਹਨ, ਦੀ ਵੀ ਸੋਝੀ ਹੋ ਜਾਂਦੀ ਹੈ। ਕਿੰਨੇ ਹੋਰ ਗਾਉਣ ਵਾਲੇ ਭਾਵ ਉਸਤਤ ਕਰਨ ਵਾਲੇ ਹਨ, ਉਸਨੂੰ ਗਾ ਰਹੇ ਹਨ। ਉਸ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਹੋਰ ਕੀਤੇ ਗਾਵਣ ਸੇ ਮੈਂ ਚਿਤ ਨ ਆਵੈ, ਨਾਨਕ ਕਿਆ ਵਿਚਾਰੈ। ਅਜਿਹੀ ਸੂਝ ਵਾਲਾ ਪੰਜ ਖੰਡਾਂ ਦੀ ਅਵਸਥਾ ਵਿੱਚੋਂ ਗੁਜ਼ਰਦਾ ਹੈ। ਪਹਿਲਾਂ ਉਹ ਧਰਮ ਖੰਡ ਵਿੱਚ ਪ੍ਰਵੇਸ਼ ਕਰਦਾ ਹੈ। ਇੱਥੇ ਹੀ ਸਾਧਕ ਦੀ ਅੰਦਰੂਨੀ ਆਤਮਿਕ ਅਵਸਥਾ ਦੇ ਆਧਾਰ 'ਤੇ ਉਸਦੇ ਪ੍ਰਭੂ ਪ੍ਰਤੀ ਵਿਸ਼ਵਾਸ ਦੀ ਕੱਚਿਆਈ ਅਤੇ ਪਕਿਆਈ ਦਾ ਨਿਰਣਾ ਵੀ ਹੁੰਦਾ ਹੈ। ਜੋ ਪੱਕੇ ਹਨ ਉਹ ਪ੍ਰਭੂ ਦੇ ਦਰ 'ਤੇ ਸ਼ੋਭਾ ਪਾਉਂਦੇ ਹਨ। ਤਿੱਥੈ ਸੋਹਣ ਪੰਜ ਪਰਵਾਨ। ਇੱਥੇ ਪਹੁੰਚ ਕੇ ਸਾਧਕ ਧਰਮ ਕਮਾਉਣਾ ਸਿੱਖ ਜਾਂਦਾ ਹੈ। ਪ੍ਰਭੂ ਨੇ ਰਾਤਾਂ, ਰੁੱਤਾਂ, ਥਿੱਤਾਂ, ਵਾਰਾਂ, ਪਾਣੀ, ਅਗਨੀ ਅਤੇ ਪਤਾਲ ਦੀ ਰਚਨਾ ਕਰਕੇ ਧਰਤੀ ਨੂੰ ਸਾਧਕਾਂ ਦੇ ਧਰਮ ਕਮਾਉਣ ਲਈ ਥਾਪ ਦਿੱਤਾ। ਜਿਹੜੇ ਸਾਧਕ ਇਸ ਧਰਤੀ ਉੱਤੇ ਧਰਮ ਕਮਾਉਂਦੇ ਹਨ, ਉਹ ਅਕਾਲ ਪੁਰਖ ਦੀ ਨਦਰ ਦੇ ਭਾਗੀ ਬਣ ਜਾਂਦੇ ਹਨ। ਗਿਆਨ ਖੰਡ ਵਿੱਚ ਸਾਧਕ ਉਸ ਗਿਆਨ ਦਾ ਧਾਰਨੀ ਹੋ ਜਾਂਦਾ ਹੈ ਜੋ ਬੁੱਧੀ ਤੋਂ ਪਰੇ ਦਾ ਹੈ ਅਤੇ ਅੱਖਰਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਉਸਨੂੰ ਕੇਵਲ ਇਸ ਧਰਤੀ 'ਤੇ ਸੂਰਜ, ਚੰਦਰਮਾ, ਹਵਾ, ਪਾਣੀ, ਅਗਨੀ ਆਦਿ ਦਾ ਗਿਆਨ ਹੀ ਨਹੀਂ, ਬਲਕਿ ਕੇਤੇ ਭਾਵ ਬੇਅੰਤ ਪਵਨ, ਪਾਣੀ, ਬਸੰਤਰ, ਖੇਤੀਆਂ ਖਾਣੀ, ਕੇਤੀਆਂ ਬਾਣੀ ਆਦਿ ਦਾ ਗਿਆਨ ਹੋ ਜਾਂਦਾ ਹੈ। ਇੱਥੇ ਕੇਤੇ, ਕੇਤੀਆਂ ਬੇਅੰਤਤਾ ਦੇ ਸੂਚਕ ਹਨ। ਇਹ ਗਿਆਨ ਦੇ ਪ੍ਰਚੰਡ ਹੋਣ ਦੀ ਆਤਮਿਕ ਅਵਸਥਾ ਹੈ। ਅਗਲਾ ਖੰਡ ਸਰਮ ਖੰਡ ਆਤਮਿਕ ਉੱਦਮ ਦਾ ਖੰਡ ਹੈ, ਜੋ ਸਾਧਕ ਦੀ ਆਤਮਿਕ ਕਮਾਈ ਨਾਲ ਉਸਨੂੰ ਪ੍ਰਾਪਤ ਹੁੰਦਾ ਹੈ। ਇੱਥੇ ਹੀ ਸੁਰਤ, ਮਤ ਅਤੇ ਬੁੱਧੀ ਦੀ ਨਵੀਂ ਘਾਟ ਘੜੀ ਜਾਂਦੀ ਹੈ। ਇਸ ਘਾਟ ਨੂੰ ਦੱਸਣ ਵਿੱਚ ਬੋਲ ਅਸਮਰੱਥ ਹੁੰਦੇ ਹਨ। ਅਗਲਾ ਖੰਡ ਕਰਮ ਖੰਡ ਹੈ, ਜਿਸਨੂੰ ਬਖਸ਼ਿਸ਼ ਦਾ ਘਰ ਮੰਨਿਆ ਗਿਆ ਹੈ। ਇਸ ਅਵਸਥਾ ਵਿੱਚ ਪਰਮਾਤਮਾ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆਉਂਦਾ। ਇਸ ਖੰਡ ਵਿੱਚ ਪਹੁੰਚਣ ਵਾਲੇ ਸਾਧਕਾਂ ਦੀ ਆਤਮਿਕ ਅਵਸਥਾ ਯੋਧਿਆਂ, ਮਹਾਂਬਲੀ, ਸੂਰਮਿਆਂ ਜੈਸੀ ਹੋ ਜਾਂਦੀ ਹੈ। ਅਜਿਹੀ ਆਤਮਿਕ ਅਵਸਥਾ ਦੇ ਧਾਰਨੀ ਸਾਧਕ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਵਿਕਾਰਾਂ ਨੂੰ ਜਿੱਤ ਲੈਂਦੇ ਹਨ। ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਜਿਹੇ ਸਾਧਕ ਦੇ ਜੀਵਨ ਵਿੱਚ ਖਲਬਲੀ ਨਹੀਂ ਮਚਾਉਂਦੇ। ਸਾਧਕ ਦਾ ਮਨ ਅਕਾਲ ਪੁਰਖ ਦੇ ਜਾਪ ਵਿੱਚ ਮਗਨ ਰਹਿੰਦਾ ਹੈ। ਉਸਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ, ਜਿਸ ਸਦਕਾ ਉਹ ਸੱਚਿਆਰ ਮਨੁੱਖ ਹੋ ਨਿਬੜਦਾ ਹੈ। ਅਖੀਰਲਾ ਖੰਡ ਸੱਚ ਖੰਡ ਹੈ। ਇਸਨੂੰ ਪਰਮਾਤਮਾ ਦੇ ਨਿਵਾਸ ਦਾ ਖੰਡ ਵੀ ਕਿਹਾ ਜਾਂਦਾ ਹੈ। ਇੱਥੋਂ ਤੱਕ ਸਾਧਕ ਦੀ ਆਤਮ ਪਰਮ ਆਤਮਾ ਵਿੱਚ ਵਿਲੀਨ ਹੋ ਚੁੱਕੀ ਹੈ। ਇਸਨੂੰ ਉਸ ਪਾਸੇ ਅਕਾਲ ਪੁਰਖ ਦਾ ਹੁਕਮ ਵਰਤਦਾ ਨਜ਼ਰ ਆਉਂਦਾ ਹੈ। ਉਸਨੂੰ ਉਹ ਵੀ ਪ੍ਰਤੀਤ ਹੁੰਦਾ ਹੈ ਕਿ ਅਕਾਲ ਪੁਰਖ ਸਾਰੇ ਜੀਵਾਂ ਦੀ ਸੰਭਾਲ ਕਰਕੇ ਖੁਸ਼ ਹੈ। ਇਸ ਅਵਸਥਾ ਨੂੰ ਬਿਆਨ ਕਰਨਾ ਲੋਹੇ ਦੀ ਘਾਟ ਵੱਤ ਕਠਿਨ ਹੈ। ਇਸ ਅਵਸਥਾ ਵਿੱਚ ਮਨੁੱਖੀ ਕਥਨ ਦੀ ਸਮਰੱਥਾ ਤੋਂ ਬਾਹਰ ਹੈ। ਜਪਜੀ ਸਾਹਿਬ ਦੀਆਂ ਹੇਠ ਲਿਖੀਆਂ ਤੁਕਾਂ ਤੋਂ ਵੀ ਇਹੀ ਭਾਵ ਪ੍ਰਾਪਤ ਹੁੰਦਾ ਹੈ। ਇਹ ਅੰਤ ਨਾ ਜਾਣੈ ਕੋਇ, ਬਹੁਤਾ ਕਹੀਆ ਬਹੁਤਾ ਹੋਏ। ਏਵੜ ਉੱਚਾ ਹੋਵੇ ਕੋਇ, ਤੁਸੀਚੇ ਕੋ ਜਾਣੈ ਸੋਏ। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਐਸੇ ਸੱਚਿਆਰ ਮਨੁੱਖ ਨੂੰ ਕੁਦਰਤ ਦੀ ਬੇਅੰਤਤਾ ਸਾਹਮਣੇ ਆਪਣੀ ਸਮਰੱਥਾ ਤੁੱਛ ਲੱਗਦੀ ਹੈ। ਉਸਦੇ ਮੂੰਹੋਂ ਆਪ ਮੁਹਾਰੇ ਨਿਕਲ ਆਉਂਦਾ ਹੈ, ਆਦੇਸ ਤਿਸੈ ਆਦੇਸ਼, ਅਰਥਾਤ ਹੇ ਪਰਮਾਤਮਾ ਤੈਨੂੰ ਨਮਸਕਾਰ ਹੈ। ਨਮਸਕਾਰ ਹੈ। ਜਪਜੀ ਸਾਹਿਬ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨੋਰਥ ਮਨੁੱਖ ਨੂੰ ਸੱਚਿਆਰ ਬਣਾਉਂਦਾ ਹੈ। ਉਸ ਅੰਦਰ ਵਸਦੇ ਕੂੜ ਨਸ਼ਟ ਕਰਨਾ ਹੈ। ਸੱਚਿਆਰ ਪਦ ਦੀ ਸਾਧਨਾ ਦਾ ਰਸਤਾ ਜਪ ਬਾਣੀ ਦਿਖਾਉਂਦੀ ਹੈ। ਸੱਚੇ ਸਾਧਕ ਲਈ ਇਹ ਉੱਤਮ ਪ੍ਰੇਰਨਾਮਈ ਸਰੋਤ ਹੈ। ਇਹ ਰੂਹ ਦਾ ਖੁਰਾਕ ਹੈ, ਆਪ ਦੀ ਸੋਝੀ ਦੀ ਜੁਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।